ਹਾਂਜੀ ਅੱਜ ਜਿਹੜੇ ਟੌਪਿਕ ਦੇ ਉੱਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬੜਾ ਦੌਰ ਚੱਲ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਹੁੰਦੀ ਕੀ ਹੈ? ਜਦੋਂ ਕਿਸੇ ਵੀ ਕੰਪਿਊਟਰ ਸਿਸਟਮ ਦੇ ਵਿੱਚ ਇਨਸਾਨੀ ਦਿਮਾਗ ਵਾਂਗੂ ਸੋਚਣ ਸਮਝਣ ਦੀ ਸ਼ਕਤੀ ਪੈਦਾ ਹੋ ਜਾਏ, ਸਪੈਸ਼ਲੀ ਕੰਪਿਊਟਰਸ, ਉਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ ਤੇ ਉਹਨਾਂ ਕੰਪਿਊਟਰ ਸਿਸਟਮਸ ਦੀ ਮਦਦ ਦੇ ਨਾਲ ਅੱਜ ਕੱਲ੍ਹ ਨੈਚੁਰਲ ਲੈਂਗੁਏਜ ਲਰਨਿੰਗ, ਹੈਵੀ ਡਿਊਟੀ ਟਾਸਕ ਅਤੇ ਹੋਰ ਅਨੇਕਾਂ ਇਸ ਤਰ੍ਹਾਂ ਦੇ ਕੰਮ, ਜਿਵੇਂ ਕਿ ਅੱਜ ਦੇ ਜ਼ਮਾਨੇ 'ਚ ਤੁਸੀਂ ਦੇਖ ਲਓ ਪੁਰਾਣੀਆਂ ਬੜੀਆਂ ਹੀ ਜ਼ਿਆਦਾ ਫੋਟੋਆਂ ਨੇ ਜਿਹੜੀਆਂ ਉਹ ਬਣ ਕੇ ਆ ਰਹੀਆਂ ਨੇ। ਪੁਰਾਣੇ ਸਮੇਂ ਦੀਆਂ ਫੋਟੋਆਂ, 15ਵੀਂ ਸਦੀ ਦੀਆਂ ਫੋਟੋਆਂ, 16ਵੀਂ ਸਦੀ ਦੀਆਂ ਫੋਟੋਆਂ, 17ਵੀਂ, ਇਹ ਸਾਰਾ ਕੁਝ ਜੋ ਹੋ ਰਿਹਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਹੋ ਰਿਹਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜਿਹੜੀ ਐਪਲੀਕੇਸ਼ਨਸ ਨੇ ਉਹ ਹਰ ਇੱਕ ਤਰ੍ਹਾਂ ਦੀ ਫੀਲਡ ਦੇ ਵਿੱਚ ਹੋ ਰਹੀਆਂ ਨੇ, ਜਿਵੇਂ ਕਿ ਤੁਸੀਂ ਸਾਇੰਸ ਐਂਡ ਟੈਕਨੋਲੋਜੀ, ਮੈਡੀਸਨ, ਸੈਲਫ ਡਰਾਈਵਿੰਗ ਕਾਰਸ ਤੋਂ ਲੈ ਕੇ ਅਸੀਂ ਜੋ ਫੂਡ ਆਰਡਰ ਕਰਦੇ ਜੋਮੈਟੋ ਤੇ ਜਾਂ ਹੋਰ ਕਿਸੇ ਇਸ ਤਰ੍ਹਾਂ ਦੀ ਐਪਲੀਕੇਸ਼ਨ ਦੇ ਉੱਤੇ, ਉਹ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਹੋ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਇਹ ਸਾਡੇ ਆਉਣ ਵਾਲੇ ਭਵਿੱਖ ਬਾਰੇ ਵੀ ਦੱਸਣ ਦੀ ਸਮਰੱਥ ਹੈ। ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਇੱਕੋ ਰੂਪ ਦੇ ਵਿੱਚ ਜਾਣਦੇ ਹਾਂ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ, ਬਟ ਇਹਦੇ ਕਾਫੀ ਵੱਖ-ਵੱਖ ਰੂਪ ਹਨ। ਹਾਂਜੀ, ਆਰਟੀਫੀਸ਼ੀਅਲ ਇੰਟੈਲੀਜੈਂਸ ਕੰਮ ਕਿਵੇਂ ਕਰਦੀ ਹੈ? ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਚਲਾਉਣ ਦੇ ਲਈ ਖਾਸ ਤਰ੍ਹਾਂ ਦੇ ਕੰਪਿਊਟਰ ਤੇ ਇੱਕ ਖਾਸ ਤਰ੍ਹਾਂ ਦੇ ਸੌਫਟਵੇਅਰ ਦਾ ਵਰਤੋਂ ਕੀਤੀ ਜਾਂਦੀ ਹੈ। ਜੇਕਰ ਅਸੀਂ ਗੱਲ ਕਰੀਏ ਕਿਸੇ ਇੱਕ ਤਰ੍ਹਾਂ ਦੇ ਕੰਪਿਊਟਰ ਲੈਂਗੁਏਜ ਦੇ ਬਾਰੇ, ਤਾਂ ਉਸ ਦੇ ਨਾਲ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਕ੍ਰੀਏਟ ਨਹੀਂ ਕਰ ਸਕਦੇ। ਹਾਂਜੀ, ਬਟ ਇਹ ਜ਼ਰੂਰ ਹੈ ਜੇ ਤੁਸੀਂ C++, ਜਾਵਾ, ਪਾਈਥਨ ਵਰਗੀਆਂ ਲੈਂਗੁਏਜਸ ਨੂੰ ਸਿੱਖ ਲੈਂਦੇ ਹੋ ਤਾਂ ਉਹਦੇ ਨਾਲ ਇਹਦੇ ਫੀਚਰਸ ਕ੍ਰੀਏਟ ਹੋ ਜਾਂਦੇ ਨੇ। ਤੇ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਇਸ ਦੇ ਵਿੱਚ ਜਿਹੜਾ ਡਾਟਾ ਲੱਗਦਾ ਹੈ ਤਾਂ ਉਹਨੂੰ ਕਹਿੰਦੇ ਨੇ ਲੇਬਲ ਟ੍ਰੇਨਿੰਗ ਡਾਟਾ, ਤੇ ਉਸ ਡਾਟੇ ਨੂੰ ਇਹ ਆਪਣੇ ਆਪ ਦੇ ਵਿੱਚ ਸਮਾ ਕੇ ਉਸ ਤੋਂ ਬਾਅਦ ਇਹ ਉਸ ਦੇ ਉੱਤੇ ਪੈਟਰਨਸ ਐਂਡ ਕੋਰਿਲੇਸ਼ਨਸ ਕ੍ਰੀਏਟ ਕਰਦਾ ਹੈ, ਜਿਨ੍ਹਾਂ ਪੈਟਰਨਸ ਐਂਡ ਕੋਰਿਲੇਸ਼ਨਸ ਦੇ ਨਾਲ ਅੱਗੇ ਜਾ ਕੇ ਇਹ ਤੁਹਾਨੂੰ ਡਿਜ਼ਾਇਰਡ ਰਿਜ਼ਲਟ ਦਿੰਦਾ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਨੀ ਅੱਗੇ ਜਾ ਚੁੱਕੀ ਹੈ ਕਿ ਇਹ ਸਪੀਚ, ਟੈਕਸਟ, ਇਮੇਜਸ, ਵੀਡੀਓਜ਼ ਤੇ ਹੋਰ ਕਈ ਇਸ ਤਰ੍ਹਾਂ ਦੇ ਕੰਮ ਨੇ ਜੋ ਆਪਣੇ ਆਪ ਹੀ ਕਰ ਲੈਂਦੀ ਹੈ। ਸਾਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਆਖਰ ਲੋੜ ਕਿਉਂ ਪਈ? ਇਸ ਦੁਨੀਆ ਦੇ ਵਿੱਚ ਬਹੁਤ ਵੱਡੇ ਤੇ ਮਹਾਨ ਵਿਅਕਤੀ ਨੇ, ਜਿਵੇਂ ਜਿਨ੍ਹਾਂ ਦੇ ਵਿੱਚ ਇਲੋਨ ਮਸਕ ਦਾ ਨਾਮ ਹਮੇਸ਼ਾ ਉੱਪਰ ਆਉਂਦਾ ਤੇ ਇਹਨਾਂ ਲੋਕਾਂ ਦਾ ਸੋਚਣਾ ਹੈ ਕਿ ਦੁਨੀਆ ਦੇ ਵਿੱਚ ਇੱਕ ਦਿਨ ਪੋਪੂਲੇਸ਼ਨ ਕੋਲੈਪਸ ਆ ਜਾਊਗਾ। ਮੇਰੇ ਖਿਆਲ ਦੇ ਵਿੱਚ ਵੀ ਇਹ ਇੱਕ ਦਿਨ ਦੁਨੀਆ ਦੇ ਵਿੱਚ ਸੰਭਵ ਹੋਊਗਾ, ਕਿਉਂਕਿ ਜਿਹੜੇ ਬੇਬੀ ਬੂਮਰਸ ਸੀ ਉਹਨਾਂ ਦੀ ਵੀ ਬਹੁਤ ਜ਼ਿਆਦਾ ਛੇਤੀ ਡੈਥ ਹੋਣ ਵਾਲੀ ਹੈ ਤੇ ਪੋਪੂਲੇਸ਼ਨ ਕੋਲੈਪਸ ਹੋ ਜਾਣਾ ਹੈ। ਯੂਰਪ ਦੇ ਵਿੱਚ ਜਿਹੜਾ ਪੋਪੂਲੇਸ਼ਨ ਲੈਵਲ ਵੈਸੇ ਬਹੁਤ ਜ਼ਿਆਦਾ ਲੋ ਹੈ ਵਾਈਟ ਪੋਪੂਲੇਸ਼ਨ ਦੇ ਵਿੱਚ, ਬਾਕੀ ਰੇਸਸ ਦੇ ਵਿੱਚ ਠੀਕ ਹੈ, ਪਰ ਯੂਰਪੀਅਨ ਪੋਪੂਲੇਸ਼ਨ ਬਹੁਤ ਜ਼ਿਆਦਾ ਲੋ ਹੈ। ਸੋ ਇਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਆਉਣ ਦੇ ਨਾਲ ਜੋ ਇਨਸਾਨ ਕੰਮ ਕਰ ਸਕਦੇ ਸੀ ਹੁਣ ਕੰਪਿਊਟਰ ਕੰਮ ਕਰਿਆ ਕਰਨਗੇ ਤੇ ਮੋਰ ਇਫੈਕਟਿਵਲੀ ਕੰਮ ਕਰਿਆ ਕਰਨਗੇ। ਤੇ ਕਾਫੀ ਬਿਜ਼ਨੈਸਸ ਨੇ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲਾਗੂ ਵੀ ਕੀਤਾ ਆਪਣੇ ਬਿਜ਼ਨੈਸ ਦੇ ਵਿੱਚ, ਜਿਵੇਂ ਕਸਟਮਰ ਸਰਵਿਸ ਦੇ ਵਿੱਚ, ਫਰਾਡ ਡਿਟੈਕਸ਼ਨ ਦੇ ਵਿੱਚ, ਕੁਆਲਿਟੀ ਕੰਟਰੋਲ ਦੇ ਵਿੱਚ ਤੇ ਰਿਪੀਟੇਟਿਵ ਵਰਕ ਜਿਹਦੇ ਵਿੱਚ ਤੁਹਾਨੂੰ ਇੱਕੋ ਹੀ ਕੰਮ ਬਾਰ-ਬਾਰ ਕਰਨਾ ਤੇ ਉਹਦੇ ਵਿੱਚ ਬੜਾ ਦਿਮਾਗ ਲਾਉਣ ਦੀ ਲੋੜ ਨਹੀਂ ਹੈਗੀ, ਇਹਨਾਂ ਸਾਰਿਆਂ ਦੇ ਵਿੱਚ ਲੱਗ ਚੁੱਕਾ। ਇਨਫੈਕਟ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੋ ਇਹ ਇਨਸਾਨਾਂ ਨਾਲੋਂ ਮੋਰ ਇਫੈਕਟਿਵ ਸਾਬਤ ਹੋਈ ਹੈ। ਅਸਲ ਦੇ ਵਿੱਚ ਇੱਕ ਗੱਲ ਹੋਰ ਵੀ ਇਸ ਦੇ ਨਾਲ, ਜਿਸ ਤਰ੍ਹਾਂ ਐਫੀਸ਼ੀਐਂਸੀ ਆਈ ਹੈ ਬਿਜ਼ਨਸ ਦੇ ਵਿੱਚ, ਉਸ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜੋ ਹੋਰ ਨਵੇਂ ਬਿਜ਼ਨਸ, ਨਵੇਂ ਤੌਰ ਤਰੀਕਿਆਂ ਦੇ ਬਿਜ਼ਨਸ ਨੂੰ ਵੀ ਬੜਾਵਾ ਦਿੱਤਾ ਹੈ ਤੇ ਜ਼ਿਆਦਾ ਜੌਬਸ ਐਂਡ ਓਪਰਚੁਨਿਟੀਜ਼ ਵੀ ਕ੍ਰੀਏਟ ਹੋ ਰਹੀਆਂ ਨੇ। ਪਰ ਇਹ ਨਹੀਂ ਪਤਾ ਇਹ ਕਿੰਨੇ ਲੰਮੇ ਸਮੇਂ ਲਈ ਨੇ, ਕਿਉਂਕਿ ਬਹੁਤ ਜ਼ਿਆਦਾ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੋ ਇਨਸਾਨਾਂ ਦੀਆਂ ਜੌਬਸ ਨੂੰ ਖਤਮ ਕਰ ਦੇਵੇਗੀ, ਜਿਸ ਕਰਕੇ ਇਲੋਨ ਮਸਕ ਹਮੇਸ਼ਾ ਹੀ ਕਹਿੰਦੇ ਨੇ ਕਿ ਸਾਨੂੰ ਇੱਕ ਦਿਨ ਯੂਨੀਵਰਸਲ ਬੇਸਿਕ ਇਨਕਮ ਪਲਾਨ ਦੇ ਉੱਤੇ ਆਉਣਾ ਪੈਣਾ ਹੈ। What to do about mass unemployment? This is going to be a massive social challenge. And I think ultimately we will have to have some kind of universal basic income. I don't think we're going to have a choice. Universal basic income. Universal basic income. I think it's going to be necessary. So it means that unemployed people will be paid across the globe. Yeah. Because there is no job, machine, robot is taking over. That's simply and I want to be clear that these are not things that I wish would happen. These are simply things that I think probably will happen. ਜੇ ਅਸੀਂ ਦੁਨੀਆ ਦੇ ਬਹੁਤ ਵੱਡੀਆਂ ਕੰਪਨੀਆਂ ਦੀ ਗੱਲ ਕਰੀਏ, ਕੀ ਤੁਸੀਂ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਬਿਨਾਂ ਅੱਜ ਤੋਂ 2, 4, 5, 10 ਜਦੋਂ ਤੋਂ ਉਬਰ ਆਈ ਹੈ, ਉਬਰ ਤੋਂ ਪਹਿਲਾਂ ਜਾਂ ਕੋਈ ਹੋਰ ਬਿਜ਼ਨੈਸਸ ਆਏ ਨੇ, ਸੋਚ ਸਕਦੇ ਸੀ ਕਿ ਤੁਹਾਡੇ ਫੋਨ ਦੇ ਥਰੂ ਤੁਸੀਂ ਟੈਕਸੀ ਲੈ ਸਕਦੇ ਹੋ? ਇਹ ਇਕੱਲੀ ਉਬਰ ਨਹੀਂ ਹੈਗੀ, ਇਸ ਤੋਂ ਬਿਨਾਂ ਆਪਣਾ ਮਾਈਕਰੋਸਾਫਟ, ਐਪਲ, ਗੂਗਲ ਤੇ ਹੋਰ ਬਹੁਤ ਜ਼ਿਆਦਾ ਕੰਪਨੀਆਂ ਨੇ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਲੀਡ ਲੈ ਕੇ ਤੇ ਉਹਦੀ ਵਰਤੋਂ ਕਰਕੇ ਆਪਦੇ ਕੰਪੀਟੀਟਰਸ ਨੂੰ ਆਊਟਪੇਸ ਕਰ ਚੁੱਕੀਆਂ ਨੇ। ਅਤੇ ਇਸ ਦੇ ਵਿੱਚ ਅਸੀਂ ਐਡ
ਕਰਦੇ ਗੂਗਲ ਬ੍ਰੇਨ ਜਿਸ ਨੇ ਟਰਾਂਸਫਾਰਮਰ ਨਿਊਰਲ ਨੈਟਵਰਕ ਆਰਕੀਟੈਕਚਰ ਡਿਜ਼ਾਈਨ ਕੀਤਾ ਹੈ, ਉਸ ਦੀ ਮਦਦ ਦੇ ਨਾਲ ਉਹਨਾਂ ਨੇ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਦੀ ਦੁਨੀਆ ਦੇ ਵਿੱਚ ਇਸ ਤੱਕ ਹੱਦ ਤੱਕ ਮੱਲਾਂ ਮਾਰ ਲਈਆਂ ਨੇ ਜੋ ਅੱਜ ਅਸੀਂ ਚੈਟਬੋਟ ਦੇਖਦੇ ਹਾਂ ਉਹ ਤੁਹਾਨੂੰ ਸ਼ਾਇਦ ਲੱਗਦਾ ਹੋਵੇ ਅਸਲ ਨੇ, ਬਟ ਉੱਥੇ ਕੋਈ ਹਿਊਮਨ ਨਹੀਂ ਹੁੰਦਾ ਹੈਗਾ। ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਇੱਕ ਨਕਲੀ ਇਨਸਾਨ ਕ੍ਰੀਏਟ ਕੀਤਾ ਹੁੰਦਾ ਹੈ ਨਾ ਹੈਰਾਨੀਜਨਕ। ਜੇਕਰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ ਦੇ ਵਿੱਚ ਇਹ ਡਾਕਟਰਸ ਨਾਲੋਂ ਬੈਸਟ ਇਫੈਕਟਿਵ ਤਰੀਕੇ ਦੇ ਨਾਲ ਕੈਂਸਰ, ਬ੍ਰੈਸਟ ਕੈਂਸਰ, ਮੈਲਾਨੋਮਾ ਵਰਗੇ ਕੈਂਸਰਾਂ ਨੂੰ ਡਾਕਟਰਾਂ ਨਾਲੋਂ ਬਿਹਤਰ ਤਰੀਕੇ ਨਾਲ ਫੜ ਲੈਂਦੀ ਹੈ। ਜੇ ਅਸੀਂ ਹੈਵੀ ਡਿਊਟੀ ਇੰਡਸਟਰੀਜ਼ ਦੀ ਗੱਲ ਕਰੀਏ ਜਿਵੇਂ ਫਾਈਨੈਂਸ ਸੈਕਟਰ ਹੋ ਗਿਆ, ਉਹਦੇ ਵਿੱਚ ਲੋਨ ਫਰਾਡਸ ਤੇ ਲੋਨ ਐਪਲੀਕੇਸ਼ਨ ਸੈਂਕਸ਼ਨ ਕਰਨ ਦੇ ਲਈ ਇਹ ਵਰਤੇ ਜਾਂਦੇ ਬਿਗ ਫਾਰਮਾਸਿਊਟੀਕਲ ਕੰਪਨੀਆਂ ਨੇ, ਵੱਡੇ ਬੈਂਕ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਡਾਟਾ ਆਉਂਦਾ ਹੈ ਉਸ ਨੂੰ ਐਨਾਲਾਈਜ਼ ਕੀਤਾ ਜਾਂਦਾ ਹੈ। ਤੇ ਤੀਜਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਦੀ ਮਦਦ ਦੇ ਨਾਲ ਤੁਸੀਂ ਅਕਸਰ ਹੀ ਦੇਖਿਆ ਹੋਣਾ, ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾ ਦਿੰਦਾ, ਤੁਸੀਂ ਅਕਸਰ ਹੀ ਦੇਖਿਆ ਹੋਣਾ ਜਦੋਂ ਤੁਸੀਂ ਗੂਗਲ ਉੱਤੇ ਕੁਝ ਸਰਚ ਕਰਦੇ ਹੋ, ਕੁਝ ਚੀਜ਼ ਲੈਣੀ ਹੁੰਦੀ ਹੈ ਜਾਂ ਕੁਝ ਵੀ ਲੈਣਾ ਹੁੰਦਾ, ਤੁਹਾਨੂੰ ਉਸ ਤਰ੍ਹਾਂ ਦੀਆਂ ਰਿਲੇਟਡ ਐਡਸ ਹੀ ਆਉਣ ਲੱਗ ਜਾਂਦੇ ਨੇ। ਇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਪਰਸਨਲਾਈਜ਼ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਇਸ ਤੋਂ ਇੱਕ ਹੋਰ ਵੀ ਫਾਇਦਾ ਹੁੰਦਾ ਕਿ ਇਹਨਾਂ ਦੇ ਜੋ ਚੈਟਬੋਟਸ ਨੇ, ਤੁਸੀਂ ਅਕਸਰ ਦੇਖਿਆ ਹੋਣਾ ਕਿਸੇ ਵੈਬਸਾਈਟ ਤੇ ਜਾਣਾ ਤਾਂ ਉੱਥੇ ਇੱਕ ਕਾਰਨਰ ਦੇ ਵਿੱਚ ਇੱਕ ਛੋਟਾ ਜਿਹਾ ਬਾਕਸ ਛਪਿਆ ਹੁੰਦਾ ਜਿਹਦੇ ਵਿੱਚ ਲਿਖਿਆ ਹੁੰਦਾ ਹਾਈ ਆਈ ਐਮ ਦਿਸ ਪਰਸਨ, ਆਮ ਦਿਸ ਪਰਸਨ। ਉਹ ਇਨਸਾਨ ਨਹੀਂ ਹੁੰਦਾ ਹੈਗਾ, ਉਹ ਇੱਕ ਰੋਬੋਟ ਹੁੰਦਾ ਜੋ ਤੁਹਾਡੀ ਮਦਦ ਕਰਦਾ ਤੇ ਉਹਨਾਂ ਨੂੰ ਪੈਸੇ ਦੇਣ ਦੀ ਵੀ ਲੋੜ ਨਹੀਂ ਹੈਗੀ ਤੇ 24/7 ਅਵੇਲੇਬਲ ਨੇ, ਕੋਈ ਬ੍ਰੇਕਸ ਦੇਣ ਦੀ ਲੋੜ ਨਹੀਂ ਹੈਗੀ। ਇਹਦੇ ਨਾਲ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਹ ਫਾਇਦਾ ਹੈ ਕਿ ਇਹਦੇ ਨਾਲ ਕਾਸਟ ਕਟਿੰਗ ਹੁੰਦੀ ਹੈ, ਲੇਬਰ ਸ਼ਾਰਟੇਜ ਦੇ ਉੱਤੇ ਆ ਜਾਂਦਾ। ਜਿਵੇਂ ਕਿ ਪੈਂਡੈਮਿਕ ਦੇ ਵਿੱਚ ਅਸਲ ਦੇ ਵਿੱਚ ਮੈਨੂੰ ਤਾਂ ਇਹ ਵੀ ਲੱਗਦਾ ਕਈ ਵਾਰ ਇਹ ਜੇ ਪੈਂਡੈਮਿਕ ਸੀ ਇਹ ਤਰੀਕਾ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਪੁਸ਼ ਦੇਣ ਦਾ ਕਿ ਉਸ ਤੋਂ ਬਾਅਦ ਇਹ ਜ਼ਿਆਦਾ ਦਿਖਣ ਲੱਗ ਗਈ। ਆਪਾਂ ਜੇ ਕਿਸੇ ਵੇਅਰ ਹਾਊਸ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਸਾਰੇ ਵੇਅਰ ਹਾਊਸਸ ਦੇ ਵਿੱਚ ਜਿਹੜਾ ਕੰਮ ਹੈ ਆਟੋਮੈਟਿਕ ਹੋਇਆ ਹੋਇਆ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਜ਼ਿਆਦਾ ਫੀਲਡਸ, ਸੈਲਫ ਡਰਾਈਵਿੰਗ ਕਾਰਸ ਲੈ ਲਓ, ਗੂਗਲ ਮੈਪਸ ਲੈ ਲਓ, ਇਸ ਦੇ ਬਾਰੇ ਅਸੀਂ ਅੱਗੇ ਤੁਹਾਡੇ ਨਾਲ ਗੱਲ ਕਰਾਂਗੇ। ਜਿਵੇਂ ਆਪਾਂ ਇਸ ਤੋਂ ਪਹਿਲਾਂ ਇਹਦੀਆਂ ਐਡਵਾਂਟੇਜਸ, ਫਾਇਦੇ ਦੀਆਂ ਗੱਲਾਂ ਕਰ ਚੁੱਕੇ ਹਾਂ। ਸੋ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਇੱਕ ਫਾਇਦੇ ਵਾਲਾ ਪਹਿਲੂ ਤਾਂ ਹੁਣ ਦੇਖਦੇ ਹਾਂ, ਹੁਣ ਨੁਕਸਾਨ ਵਾਲਾ ਪਹਿਲੂ ਦੇਖ ਲਈਏ। ਇਹਦੇ ਡਿਸਐਡਵਾਂਟੇਜਸ ਸੋ ਫਾਰ ਕੀ ਨੇ? ਇਹਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਤਾਂ ਇਹ ਹੈ ਕਿਉਂਕਿ ਇਹ ਰਿਲੇਟਿਵਲੀ ਨਵੀਂ ਟੈਕਨੋਲੋਜੀ ਹੋਣ ਦੇ ਕਾਰਨ ਇਹ ਮਹਿੰਗੀ ਹੈ। ਉਸ ਤੋਂ ਬਾਅਦ ਇਸ ਨੂੰ ਜੋ ਬਣਾਉਣ ਵਾਲੇ ਇੰਜੀਨੀਅਰਸ ਨੇ ਉਹਨਾਂ ਦੀ ਬਹੁਤ ਜ਼ਿਆਦਾ ਕਮੀ ਹੈ। ਉਸ ਤੋਂ ਬਾਅਦ ਇਹ ਇਨਸਾਨੀ ਜੌਬਸ ਦੇ ਲਈ ਖਤਰਾ ਬਣੀ ਹੋਈ ਹੈ। ਉਸ ਤੋਂ ਬਾਅਦ ਜੋ ਸਭ ਤੋਂ ਖਤਰਨਾਕ ਪੁਆਇੰਟ ਹੈ ਉਹ ਇਹ ਹੈ ਕਿ ਚੱਲਦਾ ਕਿਵੇਂ ਸਿਸਟਮ, ਜਦੋਂ ਇਹਦੇ ਵਿੱਚ ਲੇਬਲਡ ਟ੍ਰੇਨਿੰਗ ਡਾਟਾ ਫਿੱਟ ਕੀਤਾ ਜਾਂਦਾ ਹੈ, ਅਗਰ ਉਸ ਇਨਸਾਨ ਉਸ ਡਾਟੇ ਨੂੰ ਬਾਇਸ ਕਰ ਦੇਵੇ, ਜਿਵੇਂ ਤੁਸੀਂ ਮੂਵੀਜ਼ ਦੇ ਵਿੱਚ ਦੇਖਿਆ ਹੋਊਗਾ, ਹਾਲੀਵੁੱਡ ਮੂਵੀਜ਼ ਵੈਸੇ ਤਾਂ ਨਹੀਂ ਬਣਦੀ ਹੈਗੀਆਂ, ਉਹ ਇੱਕ ਤੁਹਾਨੂੰ ਫਿਊਚਰ ਲਈ ਰੈਡੀ ਕਰਦੇ ਹੁੰਦੇ ਨੇ ਕਿ ਇਨਸਾਨ ਇਹਨਾਂ ਗੱਲਾਂ ਨੂੰ ਦੇਖ ਕੇ ਸ਼ੌਕ ਨਾ ਹੋ ਜਾਣੇ, ਤੁਹਾਨੂੰ ਪਹਿਲਾਂ ਫੀਡ ਕਰਦੀ ਹੈ ਕਿ ਇਹ ਗੱਲਾਂ ਅੱਗੇ ਆਉਣ ਵਾਲੀਆਂ ਹੁੰਦੀਆਂ ਨੇ। ਜਿਵੇਂ ਕਿ ਦੋ ਹੀਰੋ ਹੁੰਦੇ ਨੇ ਇੱਕ ਫਿਲਮ ਦੇ ਵਿੱਚ, ਇੱਕ ਹੀਰੋ ਹੁੰਦਾ ਤੇ ਇੱਕ ਵਿਲਨ ਹੁੰਦਾ, ਉਹ ਦੋਵੇਂ ਆਰਟੀਫੀਸ਼ੀਅਲ ਮਸ਼ੀਨਾਂ ਨੇ, ਉਹਨਾਂ ਦੇ ਵਿੱਚ ਆਪਣੇ ਆਪ 'ਚ ਸਮਰੱਥਾ ਨਹੀਂ ਹੈਗੀ ਉਹਨਾਂ ਨੂੰ ਬਿਲਡ ਕਰਨ ਦੀ, ਲੇਕਿਨ ਉਹਨਾਂ ਦੇ ਵਿੱਚ ਜੋ ਡਾਟਾ ਫਿੱਟ ਕਰਤਾ, ਇੱਕ ਚੰਗੇ ਇਨਸਾਨ ਨੇ ਫਿੱਟ ਕਰਤਾ ਤਾਂ ਉਹ ਮਸ਼ੀਨ ਚੰਗੇ ਰੂਪ ਦੇ ਵਿੱਚ ਕੰਮ ਕਰੂ ਸੁਚਾਰੂ। ਬਟ ਇਸ ਦੁਨੀਆ ਦੇ ਵਿੱਚ ਸਾਰੇ ਚੰਗੇ ਇਨਸਾਨ ਤਾਂ ਨਹੀਂ ਹੈਗੇ, ਕਈ ਇਨਸਾਨ ਇਹੋ ਜਿਹੇ ਵੀ ਹੈਗੇ ਨੇ ਜਿਨ੍ਹਾਂ ਦਾ ਸੋਚਣ ਦਾ ਨਜ਼ਰੀਆ ਚੰਗੇ ਇਨਸਾਨਾਂ ਨਾਲੋਂ ਵੱਖਰਾ ਹੈ। ਸੋ ਇਹ ਵੀ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ ਇਸ ਗੱਲ ਦੇ ਲਈ। ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ, ਇੱਕ ਨੂੰ ਕਹਿੰਦੇ ਨੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਇੱਕ ਨੂੰ ਕਹਿੰਦੇ ਨੇ ਸਟਰੋਂਗ ਆਰਟੀਫੀਸ਼ੀਅਲ ਇੰਟੈਲੀਜੈਂਸ। ਜਿਹੜੀ ਵੀਕ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਸਪੈਸੀਫਿਕ ਗਿਵਨ ਟਾਸਕ ਹੀ ਪੂਰੇ ਕਰ ਸਕਦੀ ਹੈ, ਉਸ ਤੋਂ ਵੱਧ ਨਹੀਂ। ਜਿਵੇਂ ਵਰਚੁਅਲ ਰੋਬੋਟਸ ਹੋ ਗਏ, ਆਪਾਂ ਫੈਕਟਰੀਆਂ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਰੋਬੋਟਸ ਨੇ ਉਹਨਾਂ ਨੂੰ ਇੱਕ ਸਪੈਸੀਫਿਕ ਪਾਥ ਐਂਡ ਪੈਟਰਨ ਦਿੱਤਾ, ਉਹਨਾਂ ਨੂੰ ਪਤਾ ਚੀਜ਼ ਇੱਥੋਂ ਚੱਕਣੀ ਹੈ ਤੇ ਇੱਥੋਂ ਰੱਖਣੀ ਹੈ, ਇਸ ਤੋਂ ਬਾਹਰ ਉਹ ਕੁਝ ਵੀ ਨਹੀਂ ਕਰਦੇ ਹੈਗੇ। ਇੱਕ ਸਟਰੋਂਗ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਿਸ ਦੇ ਵਿੱਚ ਇਨਸਾਨ ਦੇ ਵਾਂਗੂ ਸੋਚਣ ਦੀ ਸਮਰੱਥਾ ਹੁੰਦੀ ਹੈ। ਜੇ ਅਸੀਂ ਉਸ ਨੂੰ ਕੋਈ ਅਜਿਹਾ ਕੰਮ ਦੇ ਦਈਏ ਜੋ ਉਸ ਦੀ ਸਮਝ ਤੋਂ ਬਾਹਰ ਹੈ ਤਾਂ ਉਹ ਆਪਣੇ ਆਪ ਕਿਸੇ ਹੋਰ ਡੋਮੇਨ ਦੇ ਉੱਤੇ ਜਾ ਕੇ ਉਸ ਦਾ ਸੋਲੂਸ਼ਨ ਲੱਭ ਕੇ ਉਸ ਕੰਮ ਨੂੰ ਪੂਰਾ ਕਰ ਦਿੰਦੀ ਹੈ। ਦੈਟ ਇਜ਼ ਦਾ ਸਕੇਰੀ ਪਾਰਟ ਆਫ ਇਟ। ਇਹ ਬਹੁਤ ਹੀ ਜ਼ਿਆਦਾ ਖਤਰਨਾਕ ਤੇ ਡਰਾਉਣਾ ਪਾਰਟ ਹੈ। ਬਟ ਜਿਹੜੇ ਲੋਕਾਂ ਨੇ ਇਹਨੂੰ ਡਿਜ਼ਾਈਨ ਕੀਤਾ ਉਹਨਾਂ ਨੇ ਇਹਦੇ ਸਾਰੇ ਨੁਕਤੇ, ਇਹਦੇ ਬਾਰੇ ਸਾਰੀ ਸੋਚ ਆਪਣੇ ਅੱਗੇ ਜ਼ਰੂਰ ਰੱਖੀ ਹੋਊਗੀ। ਜੇਕਰ ਅਸੀਂ ਗੱਲ ਕਰੀਏ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਐਪਲੀਕੇਸ਼ਨਸ ਦੀ ਅੱਜ ਦੇ ਸਮੇਂ ਦੇ ਵਿੱਚ ਉਹ ਕਿੱਥੇ ਅਪਲਾਈ ਹੋ ਰਹੀਆਂ ਤੇ ਉਹਨਾਂ ਦੇ ਵਿੱਚੋਂ ਕੁਝ ਤਾਂ ਅਸੀਂ ਖੁਦ ਵੀ ਅਪਲਾਈ ਕਰ ਰਹੇ ਹਾਂ, ਸਾਡੇ ਫੋਨ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ। ਜਿਵੇਂ ਸਭ ਤੋਂ ਕਾਮਨ ਚੀਜ਼ ਹੈ ਗੂਗਲ ਮੈਪਸ। ਗੂਗਲ ਮੈਪਸ ਦਾ ਜੋ ਡਾਟਾ ਹੁੰਦਾ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਆਪ ਦਾ ਸੌਟ
ਸੌਟ ਆਊਟ ਕਰਕੇ ਕਿਸ ਰੂਟ ਦੇ ਉੱਤੇ ਕਿੰਨੀ ਟ੍ਰੈਫਿਕ, ਕਿਸ ਰੂਟ ਦੇ ਉੱਤੇ ਕਿਹੜਾ ਐਕਸੀਡੈਂਟ ਹੋਇਆ ਹੈ, ਉਸ ਦੇ ਹਿਸਾਬ ਨਾਲ ਚੇਂਜ ਕਰ ਦਿੰਦੀ ਹੈ। ਉਸ ਰੂਟ ਨੂੰ ਤੁਹਾਨੂੰ ਈਜ਼ੀ ਰੂਟ ਲੈ ਜਾਂਦੀ ਹੈ ਜਾਂ ਤੁਹਾਨੂੰ ਟ੍ਰੈਫਿਕ ਲੈਸ ਰੂਟ ਲੈ ਜਾਂਦੀ ਹੈ। ਉਸ ਤੋਂ ਬਾਅਦ ਸਨੈਪਚੈਟ ਫਿਲਟਰਸ ਹੋ ਗਏ। ਉਸ ਤੋਂ ਬਾਅਦ ਵੀਅਰੇਬਲਸ ਆ ਗਿਆ। ਵੀਅਰੇਬਲਸ ਦਾ ਮਤਲਬ ਹੈ ਜੋ ਚੀਜ਼ਾਂ ਅਸੀਂ ਜਿਵੇਂ ਗੁੱਟ ਤੇ ਘੜੀ ਬੰਨਦੇ ਆ, ਐਪਲ ਦੀ ਜਾਂ ਸੈਮਸੰਗ ਦੀ ਜਾਂ ਕਿਸੇ ਵੀ ਹੋਰ ਬ੍ਰਾਂਡ ਦੀ, ਉਹਨਾਂ ਦੇ ਵਿੱਚ ਇੰਨਾ ਕੁ ਸਮਰੱਥਾ ਹੈ ਕਿ ਉਹ ਤੁਹਾਡਾ ਸਾਰਾ ਡਾਟਾ ਰਿਕਾਰਡ ਕਰ ਲੈਂਦੀਆਂ ਨੇ। ਜੇ ਅਸੀਂ ਹਸਪੀਟਲ ਦੇ ਵਿੱਚ ਜਾਂਦੇ ਆ, ਸਾਡੇ ਕਈ ਵਾਰੀ ਇਹੋ ਜਿਹੇ ਡਿਵਾਈਸ ਬੰਨ ਦਿੱਤੇ ਜਾਂਦੇ ਨੇ, ਜਾਂ ਹੋਰ ਵੀ ਜਿਹੜੇ ਲੋਕ ਜ਼ਿਆਦਾ ਕ੍ਰਿਟੀਕਲ ਇਲ ਨੇ ਉਹਨਾਂ ਦੇ ਘਰਾਂ ਦੇ ਵਿੱਚ ਇਹੋ ਜਿਹੇ ਡਿਵਾਈਸ ਹੁੰਦੇ ਨੇ। ਉਹਨਾਂ ਦੇ ਸਰੀਰ ਦੇ ਵਿੱਚ ਬਲੱਡ ਪ੍ਰੈਸ਼ਰ ਨੋਟ ਕਰਕੇ, ਉਹਨਾਂ ਦੀ ਹਾਰਟ ਬੀਟ ਨੋਟ ਕਰਕੇ, ਉਹਨਾਂ ਦੇ ਬਲੱਡ ਦੇ ਵਿੱਚ ਕਿੰਨੀ ਸ਼ੂਗਰ ਹੈ ਨੋਟ ਕਰਕੇ ਉਹਨਾਂ ਦੀਆਂ ਫਿਊਚਰ ਦੀਆਂ ਬਿਮਾਰੀਆਂ ਬਾਰੇ ਵੀ ਦੱਸ ਸਕਦੀਆਂ ਨੇ, ਤੇ ਜਿਸ ਦੇ ਨਾਲ ਡਾਕਟਰਸ ਕੋਲੇ ਪ੍ਰੋਐਕਟਿਵ ਮੈਜਰਸ ਲੈਣ ਦਾ ਚਾਂਸ ਹੁੰਦਾ ਕਿ ਉਹਨਾਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ। ਤੇ ਇਸ ਤੋਂ ਬਿਨਾਂ ਮੋਜ਼ੀਰੋ ਨਾਮ ਦੀ ਇੱਕ ਐਪਲੀਕੇਸ਼ਨ ਹੈ, ਉਹਨਾਂ ਨੇ ਤਾਂ ਇਸ ਹੱਦ ਤੱਕ ਚਲੇ ਗਏ ਕਿ ਉਹਨਾਂ ਦੇ ਡਿਵੈਲਪ ਕੀਤੀ ਹੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸਾਰੀਆਂ ਦੀਆਂ ਸਾਰੀਆਂ ਗੇਮਸ ਇਨਕਲੂਡਿੰਗ ਚੈਸ ਸਾਰੀਆਂ ਗੇਮਸ ਮਿਲੀਅਨ ਟਾਈਮਸ ਖੇਡ ਕੇ ਤੇ ਮਿਲੀਅਨ ਟਾਈਮਸ ਹੀ ਉਹਨਾਂ ਨੇ ਓਪੋਨੈਂਟਸ ਨੂੰ ਹਰਾ ਦਿੱਤਾ। ਇਹ ਸਾਰਾ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਹੋਇਆ। ਚੈਟ ਜੀਪੀਟੀ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ। ਚੈਟ ਜੀਪੀਟੀ 2022 ਦੇ ਵਿੱਚ ਆਇਆ ਹੋਇਆ ਇੱਕ ਓਪਨ AI ਦਾ ਆਰਟੀਫੀਸ਼ੀਅਲ ਇੰਟੈਲੀਜੈਂਟ ਟੂਲ ਹੈ। ਚੈਟ ਜੀਪੀਟੀ ਦੀ ਮਦਦ ਦੇ ਨਾਲ ਤੁਸੀਂ ਕੀ ਨਹੀਂ ਕਰ ਸਕਦੇ। ਅਗਰ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਬੰਦਾ ਇਹ ਕਹਿੰਦਾ ਕਿ ਮੇਰੇ ਕੋਲੇ ਕੋਈ ਸਾਧਨ ਨਹੀਂ ਹੈਗਾ ਆਪਣੇ ਜੀਵਨ ਪੱਧਰ ਨੂੰ ਠੀਕ ਕਰਨ ਦਾ, ਤਾਂ YouTube ਦੇ ਉੱਤੇ ਹਜ਼ਾਰਾਂ ਵੀਡੀਓਜ਼ ਪਈਆਂ ਤੇ ਲੋਕ ਸਿਖਾਉਣ ਵਾਲੇ ਵੀ ਬੈਠੇ ਨੇ। ਤੁਸੀਂ ਚੈਟ ਜੀਪੀਟੀ ਦੇ ਉੱਤੇ ਐਸੇਜ ਲਿਖ ਸਕਦੇ ਹੋ, ਕੋਡਸ ਲਿਖ ਸਕਦੇ ਹੋ। ਲੋਕਾਂ ਨੇ ਬੁੱਕਸ ਕ੍ਰੀਏਟ ਕਰਕੇ ਉਹਨਾਂ ਨੂੰ ਸਰਚ ਕਰਨ ਦਾ ਇਹ ਤਰੀਕਾ ਸਿੱਖ ਲਿਆ। ਚੈਟ ਜੀਪੀਟੀ ਦੇ ਉੱਤੇ ਉਹਨਾਂ ਨੇ ਆਪਣੀਆਂ ਬੁੱਕਸ ਕ੍ਰੀਏਟ ਕਰਕੇ Amazon ਦੇ ਉੱਤੇ ਲਿਜਾ ਕੇ ਉਹ ਬੁੱਕਸ ਨੂੰ ਪਬਲਿਸ਼ ਕਰਕੇ ਉਸ ਤੋਂ ਆਪਣੇ ਲਿਵਿੰਗ ਕਮਾ ਰਹੇ ਨੇ। ਉਹ ਕੁਝ ਵੀ ਨਹੀਂ ਕਰ ਰਹੇ ਹੈਗੇ, ਸਿਰਫ ਚੈਟ ਜੀਪੀਟੀ ਨੂੰ ਵਰਤਣ ਦਾ ਇੱਕ ਤਰੀਕਾ ਸਿੱਖ ਲਿਆ, ਤੇ ਇਹ ਤੁਸੀਂ ਵੀ ਕਰ ਸਕਦੇ ਹੋ। ਤੇ ਇੱਕ ਹੋਰ ਚੀਜ਼ ਜੋ ਤੁਹਾਨੂੰ ਦੱਸਣੀ ਭੁੱਲ ਹੀ ਗਏ, ਉਹ ਹੈਗੀਆਂ ਨੇ ਸੈਲਫ ਡਰਾਈਵਿੰਗ ਕਾਰ। ਸਾਰਿਆਂ ਨੇ ਸੁਣੇ ਹੋ, ਉਹ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੂਜ਼ ਕਰਕੇ ਅਗਲੀ ਗੱਡੀ ਦੇ ਨਾਲ ਕਿੰਨਾ ਡਿਸਟੈਂਸ ਆਪਣੇ ਆਲੇ ਦੁਆਲੇ ਕਿਹੜੀਆਂ ਆਬਜੈਕਟਸ ਨੂੰ ਡਿਟੈਕਟ ਕਰ ਸਕਦਾ। ਸੋ ਆਉਣ ਵਾਲੀ ਜਿਹੜੀ ਦੁਨੀਆ ਹੈ ਉਹ ਇੰਨੀ ਕੁ ਜ਼ਿਆਦਾ ਬਦਲ ਜਾਣੀ ਹੈ ਕਿ ਅੱਜ ਤੋਂ 10-20 ਸਾਲਾਂ ਬਾਅਦ ਸਾਨੂੰ ਪਹਿਚਾਨਣੀ ਬਹੁਤ ਜ਼ਿਆਦਾ ਮੁਸ਼ਕਲ ਹੋ ਜੂਗੀ। ਜਿਵੇਂ 2004 ਚ ਅਸੀਂ ਸਾਰਿਆਂ ਨੇ ਮੇਰੇ ਹਿਸਾਬ ਨਾਲ ਐਨਗੇਜ ਨੋਕੀਆ ਦੇ ਫੋਨ ਯੂਜ਼ ਕੀਤੇ ਨੇ ਜਿਨ੍ਹਾਂ 'ਚ ਬਲੂਟੁੱਥ ਹੁੰਦਾ ਸੀ। ਅੱਜ ਕੱਲ੍ਹ ਉਹ ਕੋਈ ਵੀ ਟੈਕਨੋਲੋਜੀ ਐਗਜ਼ਿਸਟ ਨਹੀਂ ਕਰਦੀ ਹੈਗੀ। ਇਨਫੈਕਟ ਕਿ ਜਦੋਂ ਇਨਸਾਨ ਇਸ ਟੈਕਨੋਲੋਜੀ ਦੀ ਲਾਈਨ ਦੇ ਵਿੱਚ ਆਇਆ, ਉਸ ਤੋਂ 2004 ਤੱਕ ਜਿੰਨੀਆਂ ਉਹਨੇ ਖੋਜਾਂ ਕੀਤੀਆਂ ਨੇ, ਉਸ 2004 ਤੋਂ ਲੈ ਕੇ 2022 ਤੱਕ ਜਾਂ ਅੱਗੇ ਉਸ ਤੋਂ ਕਈ ਗੁਣਾ ਵੱਧ ਖੋਜਾਂ ਹੋ ਜਾਣੀਆਂ ਨੇ। ਤੇ ਸਪੀਡ ਹੈ ਜੋ ਇਨਸਾਨ ਦੀ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਜੇਕਰ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕਾਨੂੰਨਾਂ ਬਾਰੇ ਗੱਲ ਕਰੀਏ, ਕਾਨੂੰਨਾਂ ਦੀ ਲੋੜ ਹਮੇਸ਼ਾ ਕਿਸੇ ਵੀ ਚੀਜ਼ ਨੂੰ ਕਾਬੂ ਰੱਖਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਇਨਸਾਨਾਂ ਨੂੰ ਕਾਬੂ ਰੱਖਣ ਦੇ ਲਈ ਆਪਣੇ ਇੰਡੀਆ ਵਿੱਚ IPC ਬਣੀ ਹੋਈ ਹੈ, ਇਸ ਤਰ੍ਹਾਂ ਇਹਨਾਂ ਨੂੰ ਕਾਬੂ ਰੱਖਣ ਲਈ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਹੋਰ ਬਿਜ਼ਨੈਸਿਸ ਨੂੰ ਕੰਟਰੋਲ ਦੇ ਵਿੱਚ ਰੱਖਣ ਲਈ ਰੂਲਸ ਐਂਡ ਰੈਗੂਲੇਸ਼ਨ ਦੀ ਬਹੁਤ ਜ਼ਰੂਰਤ ਹੈ। ਬਟ ਹੈਰਾਨੀ ਦੀ ਗੱਲ ਇਹ ਹੈ ਕਿ ਹਜੇ ਤੱਕ ਕੋਈ ਵੀ ਸਖਤ ਕਾਨੂੰਨ ਜਾਂ ਡੈਫੀਨੇਟਿਵ ਡੈਫੀਨੇਸ਼ਨਸ ਆਫ ਲਾਅ ਹਜੇ ਤੱਕ ਇਹਦੇ ਬਾਰੇ ਨਹੀਂ ਆਈਆਂ ਹੈਗੀਆਂ। ਅਕਤੂਬਰ 2022 ਦੇ ਵਿੱਚ ਬਲੂਪ੍ਰਿੰਟ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਰੈਗੂਲੇਸ਼ਨਸ ਆਇਆ, ਜਿਸ ਨੂੰ ਵਾਈਟ ਹਾਊਸ ਦੇ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਨੇ ਪਬਲਿਸ਼ ਕੀਤਾ। ਤੇ ਈਵਨ ਮਾਰਚ 2023 ਦੇ ਵਿੱਚ US ਚੈਂਬਰ ਆਫ ਕਮਰਸ ਨੇ ਇਹਦੀਆਂ ਸਖਤ ਕਾਨੂੰਨ ਬਣਾਉਣ ਦੀਆਂ ਗਾਈਡਲਾਈਨਸ ਆਪਣੀ ਇੱਕ ਰਿਪੋਰਟ ਦੇ ਵਿੱਚ ਦਿੱਤੀਆਂ ਹਨ। ਬਟ ਕੀ ਤੁਹਾਨੂੰ ਲੱਗਦਾ ਇਹ ਬਣਾਉਣਾ ਇੰਨਾ ਸੌਖਾ ਹੋਊਗਾ? ਪਰ ਇਹਦੇ ਜੋ ਕਾਨੂੰਨ ਬਣਾਉਣ ਦੇ ਵਿੱਚ ਸਭ ਤੋਂ ਵੱਡੀ ਜੋ ਦਿੱਕਤ ਆ ਰਹੀ ਹੈ, ਲੈਕ ਆਫ ਟਰਾਂਸਪੇਰੈਂਸੀ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੋ ਇਸ ਦੇ ਅਲਗੋਰਿਥਮ ਬਣਾਏ ਜਾਂਦੇ ਨੇ, ਜਿਨ੍ਹਾਂ ਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਕੋਡਿੰਗ ਕਹਿ ਦਿੰਦੇ ਆ, ਉਹਨਾਂ ਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈਗੀ, ਜਿਸ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਕਿ ਇਹ ਅੱਗੇ ਜਾ ਕੇ ਰਿਜ਼ਲਟ ਕੀ ਦੇਣਗੀਆਂ, ਕਿਉਂਕਿ ਉਹ ਆਪਣੇ ਆਪ ਵੀ ਅੱਗੇ ਜਾ ਕੇ ਰਿਜ਼ਲਟ ਚੇਂਜ ਕਰ ਲੈਂਦੇ ਆ। ਤੇ ਉਸ ਤੋਂ ਅੱਗੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਇਹ ਹੈ ਕਿ ਜਿੰਨੇ ਮਰਜ਼ੀ ਸਖਤ ਕਾਨੂੰਨ ਬਣਾ ਦਿੱਤੇ ਜਾਣ ਤੇ ਜਿੰਨੀ ਤਾਕਤਵਰ ਇਹ ਟੈਕਨੋਲੋਜੀ ਹੈ, ਇਹਦਾ ਕ੍ਰਿਮੀਨਲ ਇੰਟੈਂਟ ਦੇ ਨਾਲ ਯੂਜ਼ ਕਰਨ ਵਾਲੇ ਲੋਕਾਂ ਦੀ ਗਿਣਤੀ ਕਦੇ ਵੀ ਘੱਟ ਨਹੀਂ ਹੋਵੇਗੀ। ਹਾਂਜੀ, ਜੇਕਰ ਹੁਣ ਆਪਾਂ ਗੱਲ ਕਰੀਏ ਆਪਣੇ ਦੇਸ਼ ਇੰਡੀਆ ਦੀ, ਤਾਂ ਇਹ ਬਿਲਕੁਲ ਵੀ ਨਾ ਸੋਚਿਓ ਕਿ ਅਸੀਂ ਇਸ ਫੀਲਡ ਦੇ ਵਿੱਚ ਹਜੇ ਤੱਕ ਆਏ ਹਾਂ ਜਾਂ ਨਹੀਂ ਆਏ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਕੁਝ ਇਹੋ ਜਿਹੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਫੀਲਡ ਦੇ ਵਿੱਚ ਦੁਨੀਆ ਦੇ ਵਿੱਚ ਪੂਰਾ ਗਾਹ ਪਾਇਆ ਹੋਇਆ ਹੈ। ਤੇ ਉਹਨਾਂ ਕੰਪਨੀਆਂ ਦੇ ਵਿੱਚ ਇੱਕ ਹੈਗੇ ਕੋਫੋਗ, ਟਾਟਾ ਐਲੈਕਸੀ, ਸਿਸਟਮ ਸੈਕਸੌਫਟ ਐਂਡ ਹੈਪੀਐਸਟ ਮਾਈਂਡ ਲਿਮਟਿਡ ਅਤੇ ਹੋਰ ਵੀ ਕੰਪਨੀਆਂ ਨੇ। ਇਹ ਸਿਰਫ ਉਹ ਕੰਪਨੀਆਂ ਨੇ ਜਿਨ੍ਹਾਂ ਨੂੰ ਦੁਨੀਆ ਬਹੁਤ ਚੰਗੀ ਤਰ੍ਹਾਂ ਜਾਣਦੀ, ਸਿਰਫ ਵਿਦਨ ਇੰਡੀਆ ਨਹੀਂ, ਆਊਟਸਾਈਡ ਆਫ ਇੰਡੀਆ। ਇਹਨਾਂ ਦੇ ਵਿੱਚ ਹੈਪੀਐਸਟ ਮਾਈਂਡ ਤਾਂ ਕਾਫੀ ਗਲੋਬਲ ਮੈਗਜ਼ੀਨਸ ਦੇ ਉੱਤੇ ਵੀ ਐਜ਼ ਅ ਲੀਡਰ ਆ ਚੁੱਕੀ ਹੈ। ਜੇਕਰ ਹੁਣ ਆਪਾਂ ਕੁਝ ਸਟੈਟਸ, ਫੈਕਟਸ ਐਂਡ ਫਿਗਰਸ ਦੀ ਗੱਲ ਕਰੀਏ ਤਾਂ ਇੱਕ ਗ੍ਰੈਂਡ ਵਿਊ ਦੀ ਰਿਪੋਰਟ ਦੇ ਹਿਸਾਬ ਨਾਲ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਾਰਕੀਟ ਹੈ ਉਹ $266 ਬਿਲੀਅਨ ਦੀ ਹੋ ਜੂਗੀ
2027 ਤੱਕ ਤੇ ਉਹਦੀ ਕੰਪਾਊਂਡਡ ਐਨੂਅਲ ਗਰੋਥ ਹੈ ਜੋ 2020 ਤੋਂ 2027 ਤੱਕ ਮਾਪੀ ਗਈ ਹੈ ਉਹ 35.2% ਹੋ ਜੂਗੀ। ਅਕੋਰਡਿੰਗ ਟੂ ਫੋਰਬਸ 80% ਬਿਜ਼ਨਸ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਇਨਵੈਸਟ ਕਰਨ ਦੀ ਸੋਚ ਰਹੇ ਨੇ। ਇੱਕ ਐਸੈਂਚਰ ਬਹੁਤ ਵੈਲ ਨੋਨ ਗਰੁੱਪ ਹੈ ਦੁਨੀਆ ਦਾ, ਉਹਨਾਂ ਦੇ ਹਿਸਾਬ ਨਾਲ 2035 ਤੱਕ 14 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੋ ਜੂਗੀ ਆਪਣੇ ਆਪ ਦੇ ਵਿੱਚ। ਅੱਜ ਅਮਰੀਕਾ ਦੀ ਜੋ ਇਕਨੋਮੀ ਹੈ ਉਹ 20 ਟ੍ਰਿਲੀਅਨ ਡਾਲਰ ਦੀ ਹੈ, 21 ਟ੍ਰਿਲੀਅਨ ਡਾਲਰ ਦੀ ਹੈ। ਇਹ ਕੁਝ ਕੁ ਸਮੇਂ 'ਚ 14 ਟ੍ਰਿਲੀਅਨ ਡਾਲਰ ਦੀ ਇਕਨੋਮੀ ਖੜੀ ਹੋ ਜੂਗੀ। ਐਂਡ ਦੇ ਵਿੱਚ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ, ਜੇਕਰ ਤੁਹਾਡੇ ਆਲੇ ਦੁਆਲੇ ਕੋਈ ਇਹੋ ਜਿਹਾ ਬੱਚਾ ਜੋ ਪੜ੍ਹ ਨਹੀਂ ਸਕਦਾ ਜਾਂ ਪੜ੍ਹਨ ਤੋਂ ਸਮਰੱਥ ਹੈ ਇਕਨੋਮਿਕ ਹਾਲਾਤਾਂ ਕਰਕੇ, ਤੁਸੀਂ ਉਹਦੀ ਜ਼ਰੂਰ ਮਦਦ ਕਰਿਆ ਕਰੋ। ਇਹਦੇ ਨਾਲ ਸਾਡਾ ਦੇਸ਼ ਤਰੱਕੀ ਕਰੂਗਾ, ਇਹਦੇ ਨਾਲ ਸਾਡਾ ਦੇਸ਼ ਸਟਰੋਂਗ ਹੋਊਗਾ। ਪੜ੍ਹੇਗਾ ਇੰਡੀਆ ਤभी तो बढ़ेगा इंडिया।